ਡੀਡੀ ਪੰਜਾਬੀ ਦੇ तमाम ਦਰਸ਼ਕਾਂ ਦਾ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਦੋਸਤੋ, ਸਭ ਤੋਂ ਪਹਿਲਾਂ ਤਾਂ ਅੱਜ ਦੀਵਾਲੀ ਦੀ ਤੁਹਾਨੂੰ ਢੇरों ਸ਼ੁਭਕਾਮਨਾਵਾਂ ਔਰ ਪਰਮਪਿਤਾ ਪਰਮੇਸ਼ਵਰ ਵਾਹਿਗੁਰੂ ਅੱਗੇ ਇਹ ਅਰਦਾਸ ਕਿ ਤੁਹਾਨੂੰ ਸਦਾ ਹੀ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਰੱਖੇ। ਦੋਸਤੋ, ਕੱਲ੍ਹ ਦਾ ਦਿਨ ਯਾਨੀ ਕਿ 5 ਨਵੰਬਰ ਦੇਸ਼ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਵਿਸ਼ੇਸ਼ ਦਿਨ ਹੋਣ ਜਾ ਰਿਹਾ ਹੈ, ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਇੱਕ ਵਾਰ ਫਿਰ ਕੇਦਾਰਨਾਥ ਧਾਮ ਦੀ ਯਾਤਰਾ 'ਤੇ ਚੱਲੇ ਨੇ। ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 2013 ਦੇ ਵਿੱਚ ਕੁਦਰਤੀ ਜਿਹੜੀ ਕਰੋਪੀ ਆਈ ਸੀ, ਉਹਦੇ ਕਾਰਨ ਕੇਦਾਰਨਾਥ ਧਾਮ ਦੇ ਵਿੱਚ ਬਹੁਤ ਨੁਕਸਾਨ ਹੋਇਆ ਸੀ, ਜਾਨੀ ਮਾਲੀ ਦੋਨੋਂ ਹੀ। ਔਰ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਜੀ ਨੇ ਵਿਸ਼ੇਸ਼ ਨਿੱਜੀ ਰੁਚੀ ਲੈ ਕੇ ਉਸ ਦੀ ਪੁਨਰ ਸਥਾਪਨਾ ਦੇ ਵਿੱਚ ਬਹੁਤ ਵੱਡਾ ਇੱਕ ਅਹਿਮ ਰੋਲ ਔਰ ਭੂਮਿਕਾ ਨਿਭਾਈ ਹੈ। ਔਰ ਉਸ ਦੀ ਹੀ ਸਮੀਖਿਆ ਕਰਨ ਵਾਸਤੇ ਉੱਥੇ ਵੱਖ-ਵੱਖ 180 ਕਰੋੜ ਦੇ ਲਗਭਗ ਜਿਹੜੇ ਪ੍ਰੋਜੈਕਟ ਨੇ ਚੱਲ ਰਹੇ ਨੇ ਜਾਂ ਜਿਹੜੇ ਪੂਰੇ ਹੋ ਚੁੱਕੇ ਨੇ, ਉਹਨਾਂ ਦੇ ਬਾਰੇ ਵਿਸ਼ੇਸ਼ ਜਾਣਕਾਰੀ ਲੈਣ ਵਾਸਤੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਜੀ ਕੇਦਾਰਨਾਥ ਯਾਤਰਾ 'ਤੇ ਚੱਲੇ ਨੇ। ਔਰ ਇਸ ਵਾਰ ਕੇਦਾਰਨਾਥ ਯਾਤਰਾ ਦੇ ਦੌਰਾਨ ਜਿੱਥੇ ਅਲੱਗ-ਅਲੱਗ ਪ੍ਰੋਜੈਕਟਾਂ ਦਾ ਉਹਨਾਂ ਨੇ ਉਦਘਾਟਨ ਕਰਨਾ ਹੈ ਜਾਂ ਨਿਰੀਖਣ ਕਰਨਾ ਹੈ, ਉਹਦੇ ਵਿੱਚ ਇੱਕ ਵਿਸ਼ੇਸ਼ ਆਕਰਸ਼ਣ ਜਿਹੜਾ ਹੈ ਕੱਲ੍ਹ ਦੀ ਯਾਤਰਾ ਦੇ ਵਿੱਚ ਰਹੇਗਾ ਕਿ ਆਦਿ ਗੁਰੂ ਸ਼ੰਕਰਾਚਾਰਿਆ ਜੀ ਦੀ ਜਿਹੜੀ ਸਮਾਧੀ ਉਸ ਕਰੋਪੀ ਦੇ ਕਾਰਨ ਜਿਹੜੀ ਛਤੀਗ੍ਰਸਤ ਹੋਈ ਸੀ, ਉਸ ਦੇ ਸਮੁੱਖ ਜਾ ਕੇ ਉਹਦੇ ਨਵੀਨੀਕਰਨ ਦੇ ਹੋਣ ਤੋਂ ਬਾਅਦ ਉਹ ਤੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨਗੇ। ਔਰ ਆਦਿ ਗੁਰੂ ਸ਼ੰਕਰਾਚਾਰਿਆ ਦੀ ਜੀ ਇੱਕ ਵਿਸ਼ੇਸ਼ ਪ੍ਰਤਿਮਾ ਜਿਹੜੀ ਬਣਾਈ ਗਈ ਹੈ ਉਸ ਦਾ ਅਨਾਵਰਨ ਕਰਨਗੇ। ਔਰ ਅੱਜ ਦਾ ਪ੍ਰੋਗਰਾਮ ਉਸੇ ਨੂੰ ਰੱਖ ਕੇ ਵਿਸ਼ੇਸ਼ ਪ੍ਰੋਗਰਾਮ ਬਣਾਇਆ ਹੈ। ਪ੍ਰੋਗਰਾਮ ਦਾ ਵਿਸ਼ਾ ਹੈ ਕੇਦਾਰਨਾਥ ਆਦਿ ਗੁਰੂ ਸ਼ੰਕਰਾਚਾਰਿਆ ਜੀ ਦਾ ਮਿਸ਼ਨ ਅਤੇ ਮਾਨਯੋਗ ਪ੍ਰਧਾਨ ਮੰਤਰੀ ਜੀ ਦੀ ਕੇਦਾਰਨਾਥ ਧਾਮ ਯਾਤਰਾ। ਔਰ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਸੱਦੇ 'ਤੇ ਉਚੇਚੇ ਤੌਰ 'ਤੇ ਹਾਜ਼ਰ ਹੋਣ ਆਏ ਨੇ ਡਾਕਟਰ ਸਤੀਸ਼ ਕਪੂਰ ਜੀ। ਸਤੀਸ਼ ਕਪੂਰ ਜੀ ਬਹੁਤ ਉੱਘੇ ਵਿਦਵਾਨ, ਇਤਿਹਾਸਕਾਰ ਔਰ ਸਕਾਲਰ ਨੇ, ਰਜਿਸਟਰਾਰ ਰਹੇ ਨੇ DAV ਯੂਨੀਵਰਸਿਟੀ ਦੇ ਵਿੱਚ। ਔਰ ਖਾਸ ਕਰਕੇ ਜਿਹੜਾ ਹਿੰਦੂਤਵ ਹੈ, ਹਿੰਦੂ ਧਰਮ ਦਰਸ਼ਨ ਫਿਲਾਸਫੀ ਹੈ, ਸਪਿਰਿਚੁਅਲਿਜ਼ਮ ਹੈ, ਉਹਨਾਂ 'ਤੇ ਬਹੁਤ ਪਕੜ ਹੈ। ਡਾਕਟਰ ਸਾਹਿਬ, ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਨਿੱਘਾ ਸਵਾਗਤ। ਸ਼ੁਕਰੀਆ ਜੀ। ਡਾਕਟਰ ਸਾਹਿਬ, ਜਿਵੇਂ ਕਿ ਮੈਂ ਗੱਲ ਕੀਤੀ ਹੈ ਕਿ ਪ੍ਰਧਾਨ ਮੰਤਰੀ ਜੀ ਦੀ ਯਾਤਰਾ ਦਾ ਜਿਹੜਾ ਮੁੱਖ ਆਕਰਸ਼ਣ ਹੈ, ਖਿੱਚ ਦਾ ਆਕਰਸ਼ਣ ਆਦਿ ਗੁਰੂ ਸ਼ੰਕਰਾਚਾਰਿਆ ਜੀ ਦੀ ਜਿਹੜੀ ਸਮਾਧੀ ਦੇ ਉੱਪਰ ਉਹਨਾਂ ਨੇ ਮੱਥਾ ਟੇਕਣਾ ਹੈ ਔਰ ਉਹਨਾਂ ਦੀ ਜਿਹੜੀ ਇੱਕ ਵਿਸ਼ੇਸ਼ ਪ੍ਰਤਿਮਾ ਬਣੀ ਹੈ ਉਹਦਾ ਅਨਾਵਰਨ ਕਰਨਾ, ਲੋਕਾਂ ਨੂੰ ਭੇਟ ਕਰਨੀ ਹੈ। ਇਸ ਤੋਂ ਪਹਿਲਾਂ ਕਿ ਉਹਦੇ ਬਾਰੇ ਗੱਲ ਕਰੀਏ, ਆਪਣੇ ਦਰਸ਼ਕਾਂ ਦੀ ਜਾਣਕਾਰੀ ਵਾਸਤੇ ਜਾਣਨਾ ਚਾਹਾਂਗਾ ਆਦਿ ਗੁਰੂ ਸ਼ੰਕਰਾਚਾਰਿਆ ਜੀ ਦੇ ਜੀਵਨ ਦੇ ਬਾਰੇ ਸੰਖੇਪ ਜਾਣਕਾਰੀ, ਔਰ ਉਹਦੇ ਬਾਅਦ ਅਸੀਂ ਕੁਝ ਹੋਰ ਗੱਲਾਂ ਉਹਨਾਂ ਦੇ ਜੀਵਨ ਦੇ ਨਾਲ ਜੁੜੀਆਂ ਕਰਾਂਗੇ। ਜਿਸ ਤਰ੍ਹਾਂ ਜਦੋਂ ਅਸੀਂ 6ਵੀਂ ਸ਼ਤਾਬਦੀ ਈਸਾ ਪੂਰਵ ਦੀ ਗੱਲ ਕਰਦੇ ਹਾਂ ਤੇ ਇੱਕਦਮ ਸਾਡੇ ਜ਼ਿਹਨ ਦੇ ਵਿੱਚ ਮਹਾਤਮਾ ਬੁੱਧ, ਵਰਧਮਾਨ ਮਹਾਵੀਰ ਔਰ ਕੁਝ ਚੀਨ ਦੇ ਦਾਰਸ਼ਨਿਕਾਂ ਦਾ ਨਾਮ ਆਉਂਦਾ ਹੈ ਜੀ। ਉਸੇ ਤਰੀਕੇ ਦੇ ਨਾਲ ਜਦੋਂ 8ਵੀਂ ਸ਼ਤਾਬਦੀ ਦੀ ਗੱਲ ਅਸੀਂ ਕਰਦੇ ਹਾਂ ਤਾਂ ਇੱਕੋ ਹੀ ਨਾਮ ਸਾਡੇ ਸਾਹਮਣੇ ਆਉਂਦਾ ਹੈ। ਇੱਕ ਐਸੇ ਵਿਅਕਤੀ ਜਿਹੜੇ ਦਾਰਸ਼ਨਿਕ ਵੀ ਸੀ, ਕਵੀ ਵੀ ਸੀ, ਸੰਤ ਵੀ ਸੀ, ਵਿਚਾਰਕ ਵੀ ਸੀ, ਮਿਸਟਿਕ ਵੀ ਸੀ, ਲੇਖਕ ਵੀ ਸੀ ਔਰ ਸਭ ਤੋਂ ਵੱਧ ਉਹ ਇੱਕ ਸੋਸ਼ਲ ਰਿਫਾਰਮਰ ਸੀਗੇ ਜੀ। ਸੋ ਆਦਿ ਸ਼ੰਕਰਾਚਾਰਿਆ ਦਾ ਜਨਮ ਕੇਰਲ ਦੇ ਵਿੱਚ ਹੋਇਆ ਸੀਗਾ ਜੀ। ਕਾਲਾਦੀ ਨਾਮ ਦੀ ਇੱਕ ਛੋਟੀ ਜਿਹੀ ਉੱਥੇ ਜਗ੍ਹਾ ਹੈ, ਉੱਥੇ ਹੋਇਆ ਸੀ। ਔਰ ਸ਼ੁਰੂ ਤੋਂ ਹੀ ਇੱਕ ਪ੍ਰੋਡੀਜੀਅਸ ਚਾਈਲਡ ਜਿਸ ਨੂੰ ਅਸੀਂ ਅੰਗਰੇਜ਼ੀ 'ਚ ਕਹਿੰਦੇ ਹੈਗੇ ਆ ਜੀ, ਵਿਲੱਖਣ ਪ੍ਰਤਿਭਾ ਦੇ ਮਾਲਿਕ ਆਦਿ ਸ਼ੰਕਰਾਚਾਰਿਆ ਸੀਗੇ। 2 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਜੀ। ਔਰ ਬਚਪਨ ਤੋਂ ਹੀ ਸੰਸਕ੍ਰਿਤ ਸ਼ਾਇਦ ਪਿਛਲੇ ਸੰਸਕਾਰਾਂ ਕਰਕੇ ਇਹਨਾਂ ਨੂੰ ਆਂਦੀ ਸੀ। 4 ਸਾਲ ਦੀ ਉਮਰ ਤੱਕ ਇਹਨਾਂ ਨੇ ਪ੍ਰਾਕ੍ਰਿਤ ਭਾਸ਼ਾ ਔਰ ਸੰਸਕ੍ਰਿਤ 'ਤੇ ਆਪਣੀ ਪੂਰੀ ਪਕੜ ਜਿਹੜੀ ਹੈ ਉਹ ਬਣਾ ਲਈ ਜੀ। 8 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਸੰਨਿਆਸ ਲੈ ਲਿੱਤਾ ਔਰ 12 ਸਾਲ ਤੱਕ ਵੇਦ, ਸ਼ਾਸਤਰ, ਉਪਨਿਸ਼ਦ, ਜੈਨ ਧਰਮ, ਬੌਧ ਧਰਮ ਜੀ ਔਰ ਜਿੰਨੇ ਵੀ ਉਸ ਵੇਲੇ ਮਤ ਮਤਾਂਤਰ ਸੀਗੇ ਉਹਨਾਂ ਦੇ ਵਰਕਸ ਨੂੰ ਇਹਨਾਂ ਨੇ ਸਟੱਡੀ ਕੀਤਾ। ਬੇਸ਼ੱਕ ਸਾਡੇ ਕਿਉਂਕਿ ਫਿਲਾਸਫੀ ਦੇ ਅਸੀਂ ਛੜ ਦਰਸ਼ਨ ਕਹਿੰਦੇ ਆ, 6 ਸਿਸਟਮ ਹੈਗੇ ਆ। ਸੋ ਸੰਖ ਦੇ ਜਿਹੜੇ ਸਕਾਲਰ ਹੈ, ਨਿਆਏ ਦੇ ਸਕਾਲਰ ਜਿਹੜੇ ਹੈ, ਨਿਆਏ ਸ਼ਾਸਤਰ ਦੇ ਜੀ, ਵੈਸ਼ੇਸ਼ਿਕ ਸ਼ਾਸਤਰ ਦੇ, ਯੋਗ ਸ਼ਾਸਤਰ ਦੇ ਔਰ ਮੀਮਾਂਸਾ ਦੇ ਜੀ, ਜਿੰਨੇ ਵੀ ਵਿਸ਼ੇਸ਼ੱਗ ਉਸ ਵੇਲੇ ਦੇ ਰਹੇ ਆ, ਉਹਨਾਂ ਸਾਰਿਆਂ ਦੇ ਨਾਲ ਇਹਨਾਂ ਨੇ ਸ਼ਾਸਤਰਾਰਥ ਕੀਤਾ, ਡਿਸਕਸ਼ਨ ਕੀਤੀ ਔਰ ਸੱਚਾਈ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜੀ। ਔਰ ਕੁਝ ਹੋਰ ਮਤ ਹੈ, ਮਾਧਿਮਿਕ ਹੈ, ਆਜੀਵਿਕ ਹੈ ਜੀ ਔਰ ਕਾਲਮੁਖ ਹੈਗੇ ਹੈ, ਸ਼ਕਤੀ ਪਰੰਪਰਾ ਦੇ ਲੋਕ ਹੈਗੇ ਹੈ, ਸ਼ੈਵ ਪਰੰਪਰਾ ਦੇ ਲੋਕ ਹੈਗੇ ਹੈ, ਬੁੱਧ ਔਰ ਜੈਨ ਪਰੰਪਰਾ ਦੇ ਲੋਕ ਹੈ ਜੀ। ਉਹਨਾਂ ਸਾਰਿਆਂ ਦੇ ਨਾਲ ਇਹਨਾਂ ਨੇ
ਆਪਣੇ ਵਿਚਾਰ ਸਾਂਝੇ ਕੀਤੇ ਔਰ ਦੇਸ਼ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਤੱਕ ਗਏ ਔਰ ਆਦਿ ਸਨਾਤਨ ਧਰਮ ਜਿਹੜਾ ਹੈ ਉਹਦੀ ਇਹਨਾਂ ਨੇ ਪੁਨਰ ਸਥਾਪਨਾ ਕੀਤੀ। ਕਿਉਂਕਿ ਜਦੋਂ ਇਹਨਾਂ ਦਾ ਜਨਮ ਹੋਇਆ ਤੇ ਕੋਈ 64 ਦੇ ਕਰੀਬ ਮਤ ਸੰਪਰਦਾਇ ਉਸ ਵੇਲੇ ਮੁੱਖ ਤੌਰ ਤੇ ਬਣੇ ਦੇ ਸੀਗੇ ਜੀ। ਔਰ ਇਹਨਾਂ ਨੂੰ ਇਹ ਲੱਗਦਾ ਸੀਗਾ ਕਿ ਜਿਹੜੀ ਯੂਨਿਟੀ ਹੈ, ਜਿਹੜਾ ਏਕਾ ਹੈ, ਇਹ ਧਾਰਮਿਕ ਤੌਰ ਤੇ ਤਾਂ ਹੋ ਸਕਦਾ ਹੈ ਅਗਰ ਇਹਦੇ ਵਿੱਚ ਸਪਿਰਿਚੁਅਲਿਟੀ ਦੀ ਖੁਸ਼ਬੂ ਪਾਈ ਜਾਏ। ਜੀ। ਸੋ ਇਹ ਅਧਿਆਤਮਿਕ ਕ੍ਰਾਂਤੀ ਦੇ ਪ੍ਰਣੇਤਾ ਦੇ ਤੌਰ ਤੇ ਜਾਣੇ ਜਾਂਦੇ ਹੈ ਜੀ। ਕਿਉਂਕਿ ਇਹ ਯੂਨੀਫਾਇਰ ਸੀ ਜੀ। ਇਹ ਰੀਕਨਸਾਈਲਰ ਸੀਗੇ। ਯੂਨੀਫਾਇਰ ਦਾ ਮਤਲਬ ਹੈ ਕਿ ਸਾਰਿਆਂ ਨੂੰ ਜੋੜਨ ਵਾਲੇ ਸੀ। ਜੀ ਜੀ। ਔਰ ਰੀਕਨਸਾਈਲਰ ਦਾ ਮਤਲਬ ਹੈ ਕਿ ਜਿਸ ਤਰ੍ਹਾਂ ਗਿਆਨ ਮਾਰਗੀ ਅਲੱਗ ਹੈ, ਕਰਮ ਮਾਰਗੀ ਅਲੱਗ ਹੈ, ਭਗਤੀ ਮਾਰਗੀ ਅਲੱਗ ਹੈ। ਜੀ। ਇਹਨਾਂ ਸਾਰੇ ਮਾਰਗਾਂ ਦੇ ਵਿਅਕਤੀਆਂ ਨੂੰ ਜੋੜਨਾ, ਗਿਆਨ ਨੂੰ ਕਰਮ ਦੇ ਨਾਲ ਜੋੜਨਾ ਔਰ ਕਰਮ ਨੂੰ ਸ਼ਕਤੀ ਦੇ ਨਾਲ ਜੋੜਨਾ। ਜੀ। ਔਰ ਇਸ ਦੇ ਨਾਲ ਹੀ ਨਾਲ ਜਿਹੜੇ ਪ੍ਰਚਲਿਤ ਅੰਧ ਵਿਸ਼ਵਾਸ ਹੈਗੇ ਹੈ, ਪ੍ਰਚਲਿਤ ਕੁਰੀਤੀਆਂ ਜਿਹੜੀਆਂ ਹੈ, ਪ੍ਰਚਲਿਤ ਐਸੀਆਂ ਪ੍ਰਥਾਵਾਂ ਜਿਹੜੀਆਂ ਵਕਤ ਦੇ ਨਾਲ ਸਮਾਜ ਨੂੰ ਚਕਚੋਰ ਕਰਦੀਆਂ ਲੇਕਿਨ ਕੋਈ ਕੁਝ ਕਰ ਨਹੀਂ ਸਕਦਾ। ਸੋ ਐਸੇ ਵਿਅਕਤੀ ਨੂੰ ਇੱਕ ਦਾਰਸ਼ਨਿਕ ਦੇ ਤੌਰ ਤੇ ਅਸੀਂ ਲੈਂਦੇ ਹੀ ਹਾਂ, ਲੇਕਿਨ ਇਹਦੇ ਨਾਲ ਹੀ ਨਾਲ ਉਹ ਇੱਕ ਸਮਾਜਿਕ ਸੁਧਾਰਕ ਦੇ ਤੌਰ ਤੇ ਵੀ, ਪ੍ਰਣੇਤਾ ਦੇ ਤੌਰ ਤੇ ਵੀ ਉਹ ਜਾਣੇ ਜਾਂਦੇ ਹੈਗੇ ਆ। ਜੀ। ਸੋ ਆਦਿ ਸ਼ੰਕਰਾਚਾਰਿਆ ਦਾ ਨਾਮ ਇਸ ਕਰਕੇ ਵੀ ਪ੍ਰਸਿੱਧ ਹੈ ਕਿਉਂਕਿ ਉਹ ਬੇਸਿਕਲੀ ਗਿਆਨ ਮਾਰਗ ਜਿਹੜਾ ਹਿੰਦੁਸਤਾਨ ਦੇ ਵਿੱਚ ਜਦੋਂ ਫਲਸਫੇ ਦੀ ਗੱਲ ਹੁੰਦੀ ਹੈ ਤੇ ਆਮ ਤੌਰ ਤੇ ਸ਼ਰਧਾ ਦੀ, ਆਸਥਾ ਦੀ, ਵਿਸ਼ਵਾਸ ਦੀ ਗੱਲ ਹੁੰਦੀ ਹੈ। ਜੀ। ਲੇਕਿਨ ਇਹ ਗਿਆਨ ਮਾਰਗ ਦੇ ਮੇਨ ਉਪਾਸਕ ਸੀਗੇ। ਜੀ। ਬਿਨਾਂ ਗਿਆਨ ਦੇ ਤੁਸੀਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ। ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਜੀ। ਬਹੁਤ ਸਾਰੇ ਧਰਮਾਂ ਦੇ ਵਿੱਚ, ਬਹੁਤ ਸਾਰੇ ਮਤਾਂ ਦੇ ਵਿੱਚ, ਬਹੁਤ ਸਾਰੇ ਸੰਪਰਦਾਇਆਂ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਮੋਕਸ਼ ਹੈ, ਮੁਕਤੀ ਹੈ, ਇਹ ਮਰਨ ਦੇ ਬਾਅਦ ਮਿਲਦੀ ਹੈ। ਜੀ। ਲੇਕਿਨ ਆਦਿ ਸ਼ੰਕਰਾਚਾਰਿਆ ਜੀ ਨੇ ਇਹ ਕਿਹਾ ਕਿ ਜੀਵਨ ਮੁਕਤ ਤੁਸੀਂ ਜੀਵਨ ਜੀਂਦੇ ਜੀਂਦੇ ਹੀ ਪ੍ਰਾਪਤ ਕਰ ਸਕਦੇ ਹੋ ਕਿਉਂਕਿ ਤੁਸੀਂ ਸਿਰਫ ਇਹ ਸਮਝਣਾ ਹੈ ਕਿ ਤੁਸੀਂ ਇੱਕ ਉਹ ਇਨਸਾਨ ਨਹੀਂ ਹੈਗਾ ਜਿਹੜਾ ਕਿ ਹਾਰਡ ਮਾਸ ਦਾ ਪੁਤਲਾ ਹੈ। ਇੱਕ ਐਸੇ ਵਿਅਕਤੀ ਹੋ ਜਿਹੜਾ ਪਰਮਾਤਮਾ ਦੇ ਨਾਲ ਜੁੜਿਆ ਦਾ ਹੈ, ਜਿਹੜਾ ਇੱਕ ਅਸੀਮ ਸ਼ਖਸੀਅਤ ਦੇ ਨਾਲ ਜੁੜਿਆ ਦਾ ਹੈ, ਜਿਹਨੂੰ ਵੇਦਾਂ ਦੇ ਵਿੱਚ, ਉਪਨਿਸ਼ਦਾਂ ਦੇ ਵਿੱਚ ਬ੍ਰਹਮਨ ਦਾ ਨਾਮ ਦਿੱਤਾ ਗਿਆ ਹੈ, ਬ੍ਰਹਮ ਦਾ ਨਾਮ ਦਿੱਤਾ ਗਿਆ ਹੈ। ਜੀ। ਸੋ ਉਹਨਾਂ ਦਾ ਸਾਰਾ ਜਿਹੜਾ ਫਲਸਫਾ ਹੈ ਉਹ ਆਤਮ ਚਿੰਤਨ ਤੇ, ਉਹ ਸਵਾਧਿਆਏ ਤੇ, ਉਹ ਵਿਵੇਕ ਤੇ, ਉਹ ਵੈਰਾਗਯ ਤੇ, ਕਿਉਂਕਿ ਇਸ ਨੂੰ ਉਹ ਸਾਧਨਾ ਚਤੁਸ਼ਟਯ ਕਹਿੰਦੇ ਸੀ ਜਿਹਦੇ ਚ ਵਿਵੇਕ ਹੈ, ਜਿਹਦੇ ਵਿੱਚ ਠੀਕ ਔਰ ਗਲਤ ਦੀ ਪਹਿਚਾਨ ਕਰਨਾ ਇਹ ਵਿਵੇਕ ਹੈ। ਵੈਰਾਗਯ ਜਿਹਨੂੰ ਰਿਨੰਸੀਏਸ਼ਨ, ਹਿੰਦੁਸਤਾਨ ਦਾ ਸਾਰਾ ਫਲਸਫਾ ਰਿਨੰਸੀਏਸ਼ਨ ਔਰ ਸਰਵਿਸ, ਜਿਸ ਨੂੰ ਵਿਵੇਕਾਨੰਦ ਜੀ ਨੇ ਵੀ ਬਾਅਦ ਦੇ ਵਿੱਚ ਕਾਫੀ ਪ੍ਰਚਾਰਿਤ ਕੀਤਾ ਕਿ ਦੁਨੀਆ ਦੇ ਵਿੱਚ ਕੰਮ ਤੁਸੀਂ ਕਰ ਰਹੇ ਹੋ ਲੇਕਿਨ ਕਰਮਨ ਨੇਵ ਅਧਿਕਾਰਸਤੇ ਮਾ ਫਲੇਸ਼ੂ ਕਦਾਚਨ, ਲੇਕਿਨ ਕਰਮ ਕਰਨਾ ਹੈ, ਫਲ ਦੀ ਚਿੰਤਾ ਨਹੀਂ ਕਰਨੀ। ਜੀ। ਇਹ ਇੱਕ ਐਸੀ ਵੈਰਾग्य ਦੀ ਫੀਲਿੰਗ, ਵਿਵੇਕ, ਵੈਰਾग्य ਔਰ ਫਿਰ ਛਠ ਸੰਪत्ति ਜਿਹਦੇ ਵਿੱਚ 6 ਤਰ੍ਹਾਂ ਦੇ ਗੁਣ ਜਿਹੜੇ ਹੈ, ਜਿਹਦੇ ਵਿੱਚ ਦੱਸੇ ਗਏ ਹੈ। ਇੰਦਰੀਆਂ ਦਾ ਸੰਯਮ ਵੀ ਹੈ, ਸਰੀਰ ਦਾ ਸੰਯਮ ਵੀ ਹੈ, ਹੋਰ ਕਈ ਤਰ੍ਹਾਂ ਦੀਆਂ ਕੁਆਲਿਟੀਜ਼ ਹੈ ਔਰ ਅਖੀਰ ਦੇ ਉੱਤੇ ਮੁਮੁਕਸ਼ਤਵ, ਜਿਸ ਦਾ ਮਤਲਬ ਹੈ ਵੀ ਤੁਸੀਂ ਅਲਟੀਮੇਟਲੀ ਤੁਹਾਡਾ ਗੋਲ ਜਿਹੜਾ ਹੈ ਉਸ ਅਸੀਮ ਸੱਤਾ ਦੇ ਨਾਲ ਜੁੜ ਜਾਣਾ ਹੈ, ਮਿਲਣਾ ਹੈ। ਜੀ। ਡਾਕਟਰ ਸਾਹਿਬ, ਜਦ ਅਸੀਂ ਆਦਿ ਸ਼ੰਕਰਾਚਾਰਿਆ ਜੀ ਦੀ ਗੱਲ ਕਰਦੇ ਹਾਂ, ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਦਾ ਵਿਅਕਤੀਤਵ ਇੰਨਾ ਵਿਸ਼ਾਲ ਹੈ ਕਿ ਉਹਨੂੰ ਕਿਸੇ ਜੇ ਇੱਕ ਸ਼ਬਦ ਦੇ ਨਾਲ ਜਾਂ ਇੱਕ ਧਿਰ ਦੇ ਨਾਲ ਜੇ ਜੋੜਨ ਦੀ ਗੱਲ ਕਰੀ ਤਾਂ ਸ਼ਾਇਦ ਸੰਭਵ ਨਹੀਂ ਹੈ। ਲੇਕਿਨ ਜਦ ਵੀ ਗੱਲ ਚੱਲਦੀ ਹੈ ਸ਼ੰਕਰਾਚਾਰਿਆ ਜੀ ਦੀ, ਤੇ ਅਦਵੈਤ ਵੇਦਾਂਤ ਦਾ ਜਿਹੜਾ ਉਹਨਾਂ ਦੇ ਜੋ ਕਨਸੈਪਟ ਦਿੱਤਾ ਹੈ, ਜੋ ਉਹਦੇ ਬਾਰੇ ਥੋੜਾ ਜਿਹਾ ਚਾਨਣਾ ਬਰੀਫ ਦੇ ਵਿੱਚ। ਹਾਂਜੀ, ਦੇਖੋ ਉਹਨਾਂ ਦਾ ਜਿਹੜਾ ਫਲਸਫਾ ਹੈ ਵੇਦਾਂਤ, ਜਿਹੜਾ ਉੱਤਰ ਮੀਮਾਂਸਾ ਦੇ ਤੌਰ ਤੇ ਜਾਣਿਆ ਜਾਂਦਾ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਸਾਡੇ ਛਠ ਦਰਸ਼ਨ ਹੈ, 6 ਸਿਸਟਮਸ ਆਫ ਫਿਲਾਸਫੀ ਹੈ। ਜੀ ਜੀ। ਉਹਦੇ ਚ ਪੂਰਵ ਮੀਮਾਂਸਾ ਨਹੀਂ, ਉੱਤਰ ਮੀਮਾਂਸਾ ਦੀ ਜਿਹੜੀ ਗੱਲ ਹੈ ਉਹ ਵੇਦਾਂਤ ਹੈ। ਵੇਦਾਂਤ ਦਾ ਮਤਲਬ ਹੈ ਵੇਦ ਦਾ ਅੰਤ, ਯਾਨੀ ਕਿ ਜਿਹੜਾ ਤੁਹਾਡਾ ਕਨਕਲੂਜਨ ਹੈ। ਜੀ। ਔਰ ਇਹਦੇ ਵੀ 3 ਸਕੂਲਸ ਹੈਗੇ ਆ। ਇੱਕ ਦਵੈਤ ਹੈ, ਦਵੈਤ ਦੇ ਵਿੱਚ 2 ਦੀ ਫੀਲਿੰਗ ਹੈਗੀ ਹੈ, ਜਿਸ ਨੂੰ ਮਧਵਾਚਾਰਿਆ ਰਿਪਰੈਜ਼ੈਂਟ ਕਰਦੇ ਸੀ, ਉਹ ਬਾਅਦ ਦੇ ਵਿੱਚ ਹੋਏ ਹੈ, ਜਾਂ ਨਿੰਬਾਰਕਾਚਾਰਿਆ ਹੈਗੇ ਆ। ਔਰ ਇੱਕ ਵਿਸ਼ਿਸ਼ਟ ਦਵੈਤ ਦੀ ਹੈ ਜਿਸ ਨੂੰ ਅੰਗਰੇਜ਼ੀ 'ਚ ਅਸੀਂ ਕੁਆਲੀਫਾਈਡ ਨਾਨ ਡਿਊਲਿਜ਼ਮ ਕਹਿੰਦੇ ਹੈਗੇ ਆ। ਇਹ ਰਾਮਾਨੁਜਾਚਾਰਿਆ ਦੀ ਹੈ, ਲੇਕਿਨ ਸ਼ੰਕਰਾਚਾਰਿਆ ਤੇ 8ਵੀਂ ਸ਼ਤਾਬਦੀ ਦੇ ਵਿੱਚ ਹੋਏ ਸੀਗੇ ਔਰ ਇਹਨਾਂ ਦਾ ਫਲਸਫਾ ਹੈ ਅਦਵੈਤ ਦਾ। ਸੋ ਇਹਨਾਂ ਦੇ ਫਲਸਫੇ ਨੂੰ, ਇਹਨਾਂ ਦੇ ਦਰਸ਼ਨ ਨੂੰ ਅਦਵੈਤ ਵੇਦਾਂਤ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਔਰ ਅਦਵੈਤ ਵੇਦਾਂਤ ਦੀ ਕਨਸੈਪਟ ਜਿਹੜੀ ਵਨਨੈਸ ਦੀ ਹੈ, ਇਸ ਨੂੰ ਫਿਜ਼ਿਕਸ ਨੇ ਵੀ ਪ੍ਰਵਾਨ ਕੀਤਾ ਹੈ। ਜੀ। ਅੱਜ ਕੱਲ ਜੇ ਤੁਸੀਂ ਜੀਰਲਡ ਹਰਡ ਦੇ ਵਰਕਸ ਪੜ੍ਹੋ, ਆਲਡਸ ਹਕਸਲੇ ਦੇ ਵਰਕਸ ਪੜ੍ਹੋ, ਸ਼੍ਰੋਡਿੰਗਰ ਦੇ
ਵਰਕਸ ਨੂੰ ਤੁਸੀਂ ਦੇਖੋ ਜੀ। ਕਿ ਉਹ ਇੱਕ ਕੌਨਸ਼ੀਅਸਨੈਸ ਦੀ ਗੱਲ ਕਰਦੇ ਆ, ਕਿਉਂਕਿ ਇਹ ਸਾਰਾ ਵੇਦਾਂਤ ਉਪਨਿਸ਼ਦ ਫਿਲਾਸਫੀ ਦੇ ਉੱਤੇ ਡਿਪੈਂਡ ਕਰਦਾ ਹੈ, ਜੀ। ਜਿਹਦੇ ਚ ਅਸੀਂ ਕਹਿੰਦੇ ਪ੍ਰਗਿਆਨਮ ਬ੍ਰਹਮ, ਯਾਨੀ ਕਿ ਕੌਨਸ਼ੀਅਸਨੈਸ ਜਿਹੜੀ ਹੈ ਇਹ ਬ੍ਰਹਮ ਹੈ, ਬ੍ਰਹਮ ਹੈ, ਬ੍ਰਹਮ ਸੱਚ ਹੈ। ਜਿਸ ਨੂੰ ਤੁਸੀਂ ਈਸ਼ਵਰ ਦਾ ਰੂਪ ਕਹਿ ਸਕਦੇ ਹੋ। ਜੀ। ਫਿਰ ਕਹਿੰਦੇ ਸਰਵਮ ਖਲਵਿਦਮ ਬ੍ਰਹਮ, ਜੀ। ਕਿ ਉਹ ਜਿਹੜਾ ਬ੍ਰਹਮ ਹੈ ਸਾਰੀ ਦੁਨੀਆ ਦੇ ਵਿੱਚ ਉਹ ਵਿਆਪਤ ਹੈ। ਜੀ। ਫਿਰ ਅਹਮ ਬ੍ਰਹਮ ਅਸਮੀ, ਮੈਂ ਬ੍ਰਹਮ ਹਾਂ, ਮੈਂ ਵੀ ਬ੍ਰਹਮ ਹੀ ਹਾਂ, ਯਾਨੀ ਕਿ ਮੈਂ ਵੀ ਉਸ ਦਾ ਹੀ ਰੂਪ ਹੈਗਾ। ਜੀ। ਔਰ ਵਿਵੇਕਾਨੰਦ ਇਹਨਾਂ ਦੀ ਜਿਹੜੀ ਇੱਕ ਪੁਸਤਕ ਹੈਗੀ ਹੈ ਪ੍ਰਸ਼ਨੋਤਰ ਰਤਨ ਮਲਿਕਾ, ਉਸ ਨੂੰ ਮੈਂ ਪੜ੍ਹ ਰਿਹਾ ਸੀਗਾ, ਜੀ। ਛੋਟੀ ਜਿਹੀ ਪੁਸਤਕ ਹੈ, ਔਰ ਰਾਮਕ੍ਰਿਸ਼ਨ ਮਿਸ਼ਨ ਨੇ ਵੀ ਉਹਦਾ ਟਰਾਂਸਲੇਸ਼ਨ ਕੀਤਾ ਦਾ, ਹੋਰ ਵੀ ਅੰਗਰੇਜ਼ੀ ਚ ਟਰਾਂਸਲੇਸ਼ਨ ਹੈਗੀ ਹੈ। ਜੀ। ਉਹਦੇ ਚ ਉਹ ਇੱਕ ਕੁਐਸਚਨ ਹੈ ਸੰਸਕ੍ਰਿਤ ਚ, ਕੋਹਮ, ਕੋਹਮ ਦਾ ਮਤਲਬ ਹੈ ਮੈਂ ਕੌਣ ਹੂੰ। ਜੀ। ਇੱਕ ਫਲਸਫਾ ਜਿਹੜਾ ਓਸ਼ੋ ਨੇ ਵੀ ਬਾਅਦ ਦੇ ਵਿੱਚ ਯੂਜ਼ ਕੀਤਾ। ਜੀ। ਔਰ ਫਿਰ ਕੋਹਮ ਦਾ ਜਵਾਬ ਆਂਦਾ ਹੈ ਸੋਹਮ, ਮੈਂ ਉਹ ਹੀ ਹਾਂ ਜੋ ਤੂੰ ਹੈ। ਜੀ। ਸੋ ਇਹ ਫਲਸਫਾ ਜਿਹੜਾ ਵਨਨੈਸ ਦਾ ਹੈ, ਜਿਹੜਾ ਯੂਨਿਟੀ ਦਾ ਹੈ, ਔਰ ਜਿਸ ਦੇ ਵਿੱਚ ਇਸ ਤਰ੍ਹਾਂ ਦਾ, ਜਿਸ ਨੂੰ ਅੰਗਰੇਜ਼ੀ ਚ ਅਸੀਂ ਕਹਿੰਦੇ ਕਿ ਇਹ ਸਿਨਕ੍ਰਿਟਿਜ਼ਮ ਨਹੀਂ ਹੈ, ਜੀ। ਇਹ ਸਿੰਥੇਸਿਸ ਹੈ। ਜੀ। ਇੱਕ ਐਸਾ ਸਿੰਥੇਸਿਸ ਸਮਾਵੇਸ਼ ਹੈ ਜਿਹਦੇ ਵਿੱਚ ਹਰ ਚੀਜ਼ ਜਿਹੜੀ ਆ ਕੇ ਸਮਾ ਜਾਂਦੀ ਹੈ। ਜੀ, ਜੀ, ਜੀ। ਉਹ ਵੈਸੇ ਇੱਕ ਤਰ੍ਹਾਂ ਦਾ ਫਲਸਫਾ ਹੋਏ ਜਾਂ ਦੂਸਰੇ ਤਰ੍ਹਾਂ ਦਾ ਫਲਸਫਾ ਹੋਏ, ਜੀ। ਉਹਦੇ ਉੱਤੇ ਜਿਹੜੀ ਇੱਕ ਅੰਬਰੇਲਾ ਹੈ, ਜਿਹੜੀ ਛਤਰੀ ਹੈ, ਜੀ। ਉਹ ਛਤਰੀ ਅਦਵੈਤ ਵੇਦਾਂਤ ਦੀ ਹੈ। ਜੀ, ਔਰ ਕਿਉਂਕਿ ਜਿਹੜਾ ਵਨਨੈਸ ਵੱਲ ਵਧਣਾ, ਜੀ। ਇਹ ਹੀ ਧਰਮ ਦੀ ਅਸਲੀ ਸੋਚ ਹੈ, ਜੀ। ਇਹ ਹੀ ਸਪਿਰਚੁਅਲਿਜ਼ਮ ਹੈ। ਡਾਕਟਰ ਸਾਹਿਬ, ਬਹੁਤ ਗੂੜ ਗਿਆਨ ਜਿਹੜਾ ਹੈਗਾ ਉਸ ਸਮੇਂ ਦੇ ਜਿੰਨੇ ਮਤ ਔਰ ਸੰਪਰਦਾਇ ਚੱਲ ਰਹੇ ਸੀ, ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਔਰ ਉਹਨਾਂ ਨੂੰ ਇੱਕ ਛਤਰੀ ਥੱਲੇ ਲਿਆਉਣ ਵਾਸਤੇ ਬੜਾ ਵੱਡਾ ਕੰਮ ਕੀਤਾ ਹੈ ਸ਼ੰਕਰਾਚਾਰੀ ਜੀ ਨੇ। ਕੀ ਇਹ ਸਾਰੀਆਂ ਗੱਲਾਂ ਜਿਹੜੀਆਂ ਹੈ ਉਹਨਾਂ ਦੀਆਂ ਕੋਈ ਲਿਖਿਤ ਰੂਪ ਦੇ ਵਿੱਚ ਜਿਹੜੀਆਂ ਉਹਨਾਂ ਦੀ ਲਿਖਤਾਂ ਨੇ, ਰਾਈਟਿੰਗਸ ਨੇ, ਉਹ ਕਿੰਨੀਆਂ ਕੁ ਨੇ, ਕਿੱਥੇ ਉਪਲਬਧ ਨੇ ਔਰ ਕਿਹੜੀ ਭਾਸ਼ਾਵਾਂ 'ਚ ਉਪਲਬਧ ਨੇ? ਆਦਿ ਸ਼ੰਕਰਾਚਾਰ ਦੀਆਂ ਰਾਈਟਿੰਗਸ ਬਹੁਤ ਭਾਸ਼ਾਵਾਂ ਦੇ ਵਿੱਚ ਟਰਾਂਸਲੇਟ ਹੋ ਚੁੱਕੀਆਂ ਹੈਗੀਆਂ ਜੀ। ਤਮਿਲ ਦੇ ਵਿੱਚ ਵੀ ਹੈ, ਇੰਗਲਿਸ਼ ਦੇ ਵਿੱਚ ਵੀ ਹੈ, ਜੀ। ਪ੍ਰਾਇਮਰੀਲੀ ਸੰਸਕ੍ਰਿਤ 'ਚ ਹੈ, ਕਿਉਂਕਿ ਇਹ ਓਰਲ ਟ੍ਰੈਡੀਸ਼ਨ ਨੂੰ ਬਿਲੋਂਗ ਕਰਦੇ ਸੀ। ਵੇਦ ਜਿਹੜੇ ਹੈ ਇਹ ਪਠਨ ਦੇ ਲਈ ਯੂਜ਼ ਕੀਤੇ ਜਾਂਦੇ ਹੈ, ਜੀ। ਜਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਮਨਨ ਲਈ ਯੂਜ਼ ਕੀਤੇ ਜਾਂਦੇ ਹੈ। ਇਹਦੇ ਵਿੱਚ ਵੀ ਆਦਿ ਸ਼ੰਕਰਾਚਾर्य ਜੀ ਨੇ ਕਿਹਾ ਸੀ 3 ਸਟੇजेस ਹੈ, ਜੀ। ਇੱਕ ਪਠਨ, ਇੱਕ ਮਨਨ, ਇੱਕ ਨਿਧੀ ਧਿਆਸਨ। ਜੀ। ਪਠਨ ਦਾ ਮਤਲਬ ਹੈ ਇੱਕ ਚੀਜ਼ ਨੂੰ ਪੜ੍ਹਨਾ, ਜੀ। ਜੀ। ਵੇਦ ਮੰਤਰਾਂ ਨੂੰ ਪੜ੍ਹਨਾ, ਉਹਨਾਂ ਦਾ ਉਚਾਰਨ ਕਰਨਾ, ਜੀ। ਔਰ ਫਿਰ ਮਨਨ, ਉਸ ਦੇ ਉੱਤੇ ਵਿਚਾਰ ਕਰਨਾ, ਜੀ। ਮਨਨ ਕਰਨਾ, ਔਰ ਫਿਰ ਨਿਧੀ ਧਿਆਸਨ, ਉਸ ਦੇ ਉੱਤੇ ਮੈਡੀਟੇਟ ਕਰਨਾ। ਜੀ। ਇਹਨਾਂ ਦੇ ਵਰਕਸ ਕੋਈ 300 ਦੇ ਕਰੀਬ ਜਿਹੜੇ ਹੈ, ਛੋਟੇ ਵੱਡੇ, ਇਹ ਸਾਰੇ ਉਪਲਬਧ ਹੈਗੇ ਹੈ। ਬਹੁਤ ਭਾਸ਼ਾ, ਉੜੀਆ ਭਾਸ਼ਾ ਦੇ ਵਿੱਚ ਵੀ ਹੈ, ਬੰਗਲਾ ਦੇ ਵਿੱਚ ਵੀ ਹੈ, ਜੀ। ਇੰਗਲਿਸ਼ ਦੇ ਵਿੱਚ ਵੀ ਹੈ, ਪੜ੍ਹੇ ਲਿਖੇ ਲੋਕਾਂ ਦੇ ਲਈ। ਜੀ। ਔਰ ਇਹਨਾਂ ਵਰਕਸ ਦੇ ਵਿੱਚ ਤੁਸੀਂ ਮੇਨਲੀ ਤੇ ਤੁਸੀਂ ਕਹਿ ਸਕਦੇ ਹੋ ਕਿ ਜਿਹੜੀ ਪ੍ਰਸਥਾਨ ਤਰਈ ਹੈ, ਜਿਹਦੇ ਵਿੱਚ ਬ੍ਰਹਮ ਸੂਤਰ ਹੈ, ਔਰ ਉਪਨਿਸ਼ਦ ਹੈ, ਔਰ ਗੀਤਾ ਹੈ। ਜੀ। ਇਹ ਤਿੰਨਾਂ ਦਾ ਅੰਗਰੇਜ਼ੀ ਦੇ ਵਿੱਚ ਟਰਾਂਸਲੇਸ਼ਨ ਤੁਹਾਨੂੰ ਮਿਲ ਸਕਦਾ ਹੈਗਾ। ਇਹਨੂੰ ਪ੍ਰਸਥਾਨ ਤਰਈ ਕਹਿੰਦੇ ਹੈਗੇ ਆ। ਫਿਰ ਕੁਝ ਪ੍ਰਕਰਨ ਗ੍ਰੰਥ ਹੈਗੇ ਆ, ਕੁਝ ਇਹਨਾਂ ਦੇ ਭਾਸ਼ਯ, ਭਾਸ਼ਯ ਯਾਨੀ ਕਿ ਜਿਹੜੀ ਕਮੈਂਟਰੀ ਹੈ ਉਹ ਉਸ ਤੇ ਹੈ। ਸੋ ਇਹ ਸਾਰੇ ਵਰਕਸ ਜਿਹੜੇ ਇਹਨਾਂ ਦੇ ਹੈ, ਜਿਸ ਤਰ੍ਹਾਂ ਵਿਵੇਕ ਚੂੜਾਮਣੀ ਹੈ ਜੀ, ਜਾਂ ਸੌਂਦਰਯ ਲਹਿਰੀ ਹੈ, ਜੀ ਜੀ, ਔਰ ਇਹ ਸਾਰੇ ਵਰਕਸ ਇਹ ਸ਼ੋ ਕਰਦੇ ਆ ਕਿ ਉਹ ਕਿੰਨੇ ਕਾਬਲ ਸੀਗੇ ਔਰ ਰਿਅਲਾਈਜ਼ਡ ਸੋਲ ਸੀ, ਕਿਉਂਕਿ ਇਹ ਵਰਕਸ ਅੰਦਰੋਂ ਬੋਲੇ ਗਏ ਔਰ ਅੰਦਰੋਂ ਹੀ ਉਹਨਾਂ ਦੇ ਸ਼ਿਸ਼ਿਆਂ ਨੇ ਜਿਹੜੇ ਹੈ ਸ਼ਲੋਕ ਸਾਰੇ ਨੋਟ ਕੀਤੇ। ਔਰ ਹੁਣ ਇਹ ਕੋਈ 300 ਦੇ ਕਰੀਬ ਛੋਟੇ ਵੱਡੇ ਕਮੈਂਟਰੀਜ਼ ਦੇ ਤੌਰ ਤੇ, ਓਰੀਜਨਲ ਵਰਕਸ ਦੇ ਤੌਰ ਤੇ ਅਵੇਲੇਬਲ ਨੇ। ਡਾਕਟਰ ਸਾਹਿਬ, ਕਿਉਂਕਿ ਕੱਲ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਜਾ ਰਹੇ ਨੇ ਆਪਣੀ ਯਾਤਰਾ ਦੇ ਉੱਪਰ, ਔਰ ਉਸ ਯਾਤਰਾ ਤੋਂ, ਕੱਲ ਵਾਲੀ ਯਾਤਰਾ ਤੋਂ ਪਹਿਲਾਂ ਵੀ ਬਹੁਤ ਲਗਾਵ ਇਸ ਧਾਮ ਦੇ ਨਾਲ ਨਰਿੰਦਰ ਮੋਦੀ ਜੀ ਦਾ ਰਿਹਾ ਹੈ, ਔਰ ਅਸੀਂ ਬਾਰ-ਬਾਰ ਇਸ ਗੱਲ ਨੂੰ ਪੂਰੇ ਦੇਸ਼ ਇਹ ਜਾਣਨਾ ਚਾਹੁੰਦਾ ਹੈ ਕਿ ਮੋਦੀ ਜੀ ਦਾ ਇਸ ਧਾਮ ਦੇ ਨਾਲ ਕਿੰਨਾ ਲਗਾਵ, ਕਿੰਨੀ ਖਿੱਚ ਕਿਉਂ ਹੈ, ਔਰ ਆਦਿ ਸ਼ੰਕਰਾਚਾਰਿਆ ਜੀ ਦੀ ਜਿਹੜੀ ਸਮਾਧੀ ਉਸ ਸਮੇਂ ਛਤੀਗ੍ਰਸਤ ਹੋਈ 2013 ਦੇ ਵਿੱਚ, ਉਹਦੇ ਜਿਹੜਾ ਪੁਨਰ ਉਥਾਨ ਦੇ ਵਿੱਚ, ਪੁਨਰ ਨਿਰਮਾਣ ਦੇ ਵਿੱਚ ਕੀ ਯੋਗਦਾਨ ਹੈ, ਉਹਦੇ ਬਾਰੇ ਥੋੜਾ ਚਾਨਣਾ ਪਾਓ। ਮੋਦੀ ਜੀ ਬਾਰੇ ਇਹ ਕਿਹਾ ਜਾਂਦਾ ਹੈ ਔਰ ਸੁਣਿਆ ਜਾਂਦਾ ਹੈ ਜੀ, ਔਰ ਮੈਂ ਇੱਕ ਲੇਖ ਦੇ ਵਿੱਚ ਪੜ੍ਹ ਰਿਹਾ ਸੀ ਕਿ 1980s ਦੇ ਵਿੱਚ ਵੀ ਉੱਥੇ ਗਏ ਸੀ ਜੀ, ਜਦੋਂ ਉਹ ਇੰਨਾ ਜ਼ਿਆਦਾ ਰਾਜਨੀਤੀ ਦੇ ਵਿੱਚ ਨਹੀਂ ਸੀਗੇ ਜੀ, ਲੇਕਿਨ ਉੱਥੇ ਜਾ ਕੇ ਕੋਈ 1.5 ਮਹੀਨੇ ਦੇ ਕਰੀਬ ਇਹਨਾਂ ਨੇ ਇਕਾਂਤਵਾਸ ਕੀਤਾ ਔਰ ਮੈਡੀਟੇਟ ਕੀਤਾ ਜੀ, ਔਰ ਆਪਣੇ ਇਹ ਸਾਰੇ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਇਹ 4 ਵਾਰੀ ਅੱਗੇ ਜਾ ਚੁੱਕੇ ਹੈ ਜੀ, ਔਰ 5ਵੀਂ ਵਾਰੀ ਜਾ ਚੁੱਕੇ ਹੈ ਜੀ, ਕਿਉਂਕਿ ਜਿਹੜੀ ਸਭ ਤੋਂ ਸਰਵੋੱਚ ਸੱਤਾ ਹੈ ਜਿਸ ਨੂੰ ਅਸੀਂ
ਸ਼ਿਵ ਦੀ ਸੰਗਿਆ ਦਿੰਨੇ ਹਾਂ। ਜੀ। ਸ਼ਿਵ ਸ਼ੰਕਰ ਦੀ ਮੈਂ ਗੱਲ ਨਹੀਂ ਕਰ ਰਿਹਾ, ਜੀ ਜੀ ਸ਼ਿਵ ਦੀ ਸੰਗਿਆ ਦਿੰਨੇ ਆ। ਸ਼ਿਵ ਯਾਨੀ ਕਿ ਜਿਹੜਾ ਕੰਪਲੀਟ ਹੈ, ਜਿਹੜਾ ਹੋਲ ਹੈ, ਜੀ। ਜਿਹੜਾ ਸੰਪੂਰਨ ਹੈ, ਜਿਹੜਾ ਹਰ ਚੀਜ਼ ਦਾ ਪ੍ਰਤੀਕ ਹੈ ਜੋ ਤੁਸੀਂ ਦੇਖ ਰਹੇ ਹੋ, ਜੀ। ਜਿਹੜਾ ਐਗਜ਼ਿਸਟੈਂਸ ਹੈ, ਐਗਜ਼ਿਸਟੈਂਸ ਦੇ ਵਿੱਚ ਐਗਜ਼ਿਸਟੈਂਸ਼ੀਅਲ ਐਸਪੈਕਟ ਹੈ। ਜੀ ਪ੍ਰਧਾਨ ਮੰਤਰੀ ਉਹ ਸਾਰੀ ਜਗ੍ਹਾ ਦੀਆਂ ਵਾਈਬ੍ਰੇਸ਼ਨਸ ਨੂੰ ਲੈਣਾ ਚਾਹੁੰਦੇ ਆ ਜੀ। ਔਰ ਉਹਨਾਂ ਦੀ ਇੱਛਾ ਹੈ ਜੀ। ਕਿ ਹੋਰ ਲੋਕ ਵੀ ਇੱਥੇ ਜਾਣ, ਇਸ ਨੂੰ ਇੱਕ ਟੂਰਿਸਟ ਸੈਂਟਰ ਦੇ ਉੱਤੇ ਯਾਨੀ ਕਿ ਡਿਵੈਲਪ ਕੀਤਾ ਜਾਏ। ਜੀ। ਔਰ ਇਹ ਰਿਲੀਜੀਅਸ ਟੂਰਿਜ਼ਮ ਦਾ ਨਾਮ ਵੀ ਅਸੀਂ ਇਸ ਨੂੰ ਦੇ ਸਕਦੇ ਹਾਂ ਜੇ ਇਹ ਲਫ਼ਜ਼ ਸਹੀ ਹੋਏਗਾ, ਜੀ। ਜਿਸ ਦਾ ਮਤਲਬ ਇਹ ਹੈ ਕਿ ਇੱਕ ਥੱਕਿਆ ਹਾਰਿਆ ਜੀ। ਵਿਅਕਤੀ ਉੱਥੇ ਜਾਂਦਾ ਹੈ, ਉੱਥੇ ਮੈਡੀਟੇਟ ਕਰਦਾ ਹੈ, ਜੀ। ਉਸ ਦੇ ਰਹਿਣ ਦੀ ਸੁਵਿਧਾ ਪੂਰੀ ਹੈ। ਜੀ। ਅਗਰ ਬਿਮਾਰ ਹੋ ਜਾਵੇ ਤੇ ਉਸ ਦੇ ਲਈ ਹਸਪਤਾਲ ਹੈ। ਜੀ। ਅਗਰ ਕੋਈ ਹੋਰ ਸਮੱਸਿਆ ਹੋਵੇ ਉਹਦੇ ਲਈ ਵੀ ਗਾਈਡਲਾਈਨਸ ਉੱਥੇ ਸਾਰੀਆਂ ਬਣੀਆਂ ਦੀਆਂ ਹੈ। ਜੀ। ਸੋ ਪਰਪਸ ਹੈ ਉਸ ਏਰੀਏ ਦੀਆਂ ਵਾਈਬ੍ਰੇਸ਼ਨਸ ਨੂੰ ਪੂਰੇ ਹਿੰਦੁਸਤਾਨ ਦੇ ਲੋਕਾਂ ਤੱਕ ਪਹੁੰਚਾਉਣਾ ਜੀ। ਜਾਂ ਜੋੜਨਾ। ਜੀ। ਔਰ ਮੈਂ ਇਹ ਸਮਝਦਾ ਕਿ ਇਹ ਇੱਕ ਬਹੁਤ ਅੱਛਾ ਪ੍ਰयास ਹੈ ਜੀ। ਔਰ ਇੱਕ ਨੋਵਲ ਪ੍ਰयास ਹੈ। ਜੀ। ਆਮ ਤੌਰ ਤੇ ਧਾਰਮਿਕ ਸਥਾਨਾਂ ਤੇ ਉਹ ਲੋਕ ਜਾਂਦੇ ਹੈਗੇ ਆ ਜਿਹੜੇ ਆਸਥਾ ਦੇ ਨਾਲ ਜੁੜੇ ਦੇ ਹੈਗੇ ਆ। ਜੀ। ਇਹਨਾਂ ਨੇ ਤੇ ਉੱਥੇ ਆਸਥਾ ਸਥਲ ਬਣਾ ਦਿੱਤੇ। ਜੀ। ਮੰਦਾਕਨੀ ਨਦੀ ਦੇ ਨਾਲ ਜੁੜਿਆ ਹੋਇਆ ਮੰਦਾਕਨੀ ਆਸਥਾ ਪਥ ਇਹਨਾਂ ਨੇ ਬਣਾਇਆ ਜਿਹੜਾ ਹੈ ਨਵਾਂ। ਜੀ। ਔਰ ਇਸੇ ਤਰੀਕੇ ਦੇ ਨਾਲ ਜਿਹੜਾ ਸਰਸਵਤੀ ਆਸਥਾ ਪਥ ਬਣਾਇਆ, ਜੀ। ਉਹਦੇ ਨਾਲ ਜਿਹੜੇ ਡਿਸੇਬਲਡ ਲੋਕ ਹੈ, ਜਿਹੜੇ ਚੱਲ ਨਹੀਂ ਸਕਦੇ, ਜਿਨ੍ਹਾਂ ਦੀ ਕੋਈ ਸਰੀਰਕ ਸਮੱਸਿਆ ਹੈ, ਉਹ ਵੀ ਉੱਥੇ ਪਹੁੰਚ ਸਕਣਗੇ। ਜੀ। ਕਿਉਂਕਿ ਕੁਝ ਏਰੀਆ ਇਹਨਾਂ ਨੇ ਇਸ ਤਰੀਕੇ ਦੇ ਨਾਲ ਡਿਵੈਲਪ ਕੀਤਾ ਹੈ ਕਿ ਉੱਥੇ ਡਿਸੇਬਲਡ ਲੋਕ ਵੀ ਪਹੁੰਚ ਜਾ ਸਕਣ ਸਕਦੇ, ਔਰ ਪਹੁੰਚ ਉੱਥੇ ਸਕਦੇ ਬੈਠ ਹੈਗੇ ਕੇ, ਹੈ। ਔਰ ਅਗਰ ਉਹ ਜਾਣਗੇ ਤੇ ਆਬਵੀਅਸਲੀ ਜਿਹੜਾ ਉਹਨਾਂ ਦਾ ਡਿਪਰੈਸ਼ਨ ਹੈ, ਐਂਗਜ਼ਾਇਟੀ ਹੈ, ਜੋ ਆਪਣੇ ਆਪ ਨੂੰ ਘਾਟ ਉਹ ਮਹਿਸੂਸ ਕਰਦੇ ਆ, ਇੱਕ ਨਵੀਂ ਊਰਜਾ, ਇੱਕ ਨਵੀਂ ਸ਼ਕਤੀ ਉੱਥੋਂ ਪ੍ਰਾਪਤ ਕਰਨਗੇ। ਜੀ। ਇੱਕ ਐਸੀ ਜਗ੍ਹਾ ਤੋਂ ਜਿਹੜੀ ਭਗਵਾਨ ਸ਼ਿਵ ਦੇ ਨਾਲ ਜੁੜੀ ਦੀ ਹੈ, ਜੀ। ਜਿਹੜੀ ਕੇਦਾਰ ਦੇ ਨਾਲ ਜੁੜੀ ਦੀ ਹੈ, ਉਹ ਪੰਚ ਕੇਦਾਰ ਦੀ ਯਾਤਰਾ ਜੀ। ਜੀ ਡਾਕਟਰ ਸਾਹਿਬ, 2013 ਚ ਜਦ ਇਹ ਕੁਦਰਤੀ ਕਰੋਪੀ ਆਈ, ਉਸ ਕਰੋਪੀ ਦੇ ਕਾਰਨ ਕੀ ਨੁਕਸਾਨ ਹੋਇਆ ਔਰ 2013 ਤੋਂ ਲੈ ਕੇ 2021 ਤੱਕ ਅੱਜ ਜੋ ਕੇਦਾਰਨਾਥ ਧਾਮ ਦਾ ਵਰਤਮਾਨ ਸਰੂਪ ਹੈ ਉਹਦੇ ਵਿੱਚ ਜੋ ਪਰਿਵਰਤਨ ਆਏ ਨੇ ਔਰ ਨਰਿੰਦਰ ਮੋਦੀ ਜੀ ਦੀ ਪਹਿਲ ਕਦਮੀ ਔਰ ਉਹਨਾਂ ਦੇ ਨਿੱਜੀ ਰੁਚੀ ਦੇ ਕਾਰਨ ਆਏ ਨੇ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਨਰਿੰਦਰ ਮੋਦੀ ਜੀ ਦੀ ਇਹ ਵਿਜ਼ਨ ਹੈ, ਕਿਉਂਕਿ ਜਿਹੜੀ ਕੁਦਰਤੀ ਪ੍ਰਕੋਪੀ ਹੁੰਦੀ ਹੈ, ਇਸ ਤਰ੍ਹਾਂ ਦੀ ਗੱਲ ਉਹਦੇ ਉੱਤੇ ਤੇ ਕੋਈ ਰੋਕ ਲਾ ਨਹੀਂ ਸਕਦੇ। ਬੇਸ਼ੱਕ 2013 ਦੇ ਵਿੱਚ ਜਦੋਂ ਇਹ ਪ੍ਰਕੋਪ ਹੋਇਆ, ਜਦੋਂ ਨੈਚੁਰਲ ਡਿਜ਼ਾਸਟਰ ਹੋਇਆ ਜੀ, ਤੇ ਮੰਦਿਰ ਨੂੰ, ਕੇਦਾਰਨਾਥ ਮੰਦਿਰ ਨੂੰ ਤੇ ਨੁਕਸਾਨ ਨਹੀਂ ਪਹੁੰਚਿਆ ਜੀ, ਲੇਕਿਨ ਜਿਹੜਾ ਇਹ ਸਮਾਧੀ ਸਥਲ ਹੈ ਜੀ, ਉਸ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਜੀ। ਉੱਥੇ ਕਈ ਤਰ੍ਹਾਂ ਦੇ ਹਵਨ ਕੁੰਡ ਸੀਗੇ ਜਦੋਂ ਅਸੀਂ ਗਏ ਸੀ, ਬਹੁਤ ਪੁਰਾਣੀ ਗੱਲ ਹੈਗੀ ਹੈ ਜੀ। ਔਰ ਉਹ ਹਰ ਤਰ੍ਹਾਂ ਦੇ ਹਵਨ ਕੁੰਡ ਹੈ ਜਿੱਥੇ ਆਪਣੇ ਪਿਤਰਾਂ ਨੂੰ ਸਮਰਪਿਤ ਯੱਜ ਵੀ ਕੀਤੇ ਜਾਂਦੇ ਸੀਗੇ ਜੀ। ਔਰ ਜਿੱਥੇ ਆਪਣੀ ਇੱਛਾ ਪੂਰਤੀ ਦੇ ਲਈ ਵੀ ਬਹੁਤ ਸਾਰੇ ਯੱਜ ਕੀਤੇ ਜਾਂਦੇ ਸੀ ਜੀ। ਔਰ ਕੁਝ ਹੋਰ ਚੀਜ਼ਾਂ ਜਿਨ੍ਹਾਂ ਦਾ ਤਾਂਤਰਿਕ ਸਿੰਬੋਲਿਜ਼ਮ ਦੇ ਨਾਲ ਕਨੈਕਸ਼ਨ ਹੈ ਜੀ। ਉਹ ਸਾਰੇ ਹਵਨ ਕੁੰਡ ਵਗੈਰਾ ਵੀ ਡਿਸਟਰੋਏ ਹੋ ਗਏ ਸੀਗੇ ਜੀ। ਉੱਥੇ ਦੀਆਂ ਦੁਕਾਨਾਂ ਵੀ ਡਿਸਟਰੋਏ ਹੋ ਗਈਆਂ ਸੀਗੀਆਂ, ਪੂਰਾ ਏਰੀਆ ਜਿਹੜਾ ਹੈ ਉਹ ਮਲੀਆ ਮੇਟ ਹੋ ਗਿਆ ਸੀਗਾ ਜੀ। ਸੋ ਸਾਰੇ ਏਰੀਏ ਨੂੰ ਆਬਾਦ ਕਰਨਾ ਇੱਕ ਪ੍ਰਧਾਨ ਮੰਤਰੀ ਦੀ ਜਾਂ ਉੱਥੇ ਦੇ ਉੱਤਰਾਖੰਡ ਦੇ ਮੁੱਖ ਮੰਤਰੀ ਦੀ ਡਿਊਟੀ ਹੈ, ਲੇਕਿਨ ਇੱਕ ਪੂਰੀ ਪਲੈਨਿੰਗ ਇਹਦੇ ਲਈ ਚਾਹੀਦੀ ਹੈ ਜੀ। ਇੱਕ ਪਲੈਨਿੰਗ ਦੇ ਨਾਲ ਪੂਰੀ ਆਰਗੇਨਾਈਜੇਸ਼ਨ ਚਾਹੀਦੀ ਹੈ ਜੀ। ਇਸ ਕਰਕੇ ਮੋਦੀ ਜੀ ਜਦੋਂ ਪਹਿਲੀ ਵਾਰੀ ਗਏ ਸੀਗੇ, ਇਹ ਜੋ ਕੁਝ ਵੀ ਉਹਨਾਂ ਨੇ ਮਹਿਸੂਸ ਕੀਤਾ ਔਰ ਜੋ ਕੁਝ ਬਾਅਦ ਦੇ ਵਿੱਚ ਕੀਤਾ ਪੂਰਾ ਉਹਨਾਂ ਦੀ ਨਿਗਰਾਨੀ ਦੇ ਵਿੱਚ ਹੋਇਆ। ਇਹ ਇੱਕ ਬੜੀ ਮਹੱਤਵਪੂਰਨ ਗੱਲ ਹੈ। ਆਮ ਤੌਰ ਤੇ ਉਹ ਕੰਮ ਕਿਸੇ ਦੇ ਸਪੁਰਦ, ਕਿਸੇ ਕੰਪਨੀ ਦੇ ਸਪੁਰਦ ਕੀਤੇ ਜਾ ਸਕਦੇ ਆ ਔਰ ਸਰਕਾਰੀ ਡਿਪਾਰਟਮੈਂਟ, ਈਵਨ ਇਰੀਗੇਸ਼ਨ ਡਿਪਾਰਟਮੈਂਟ ਵੀ ਉਹਦੇ ਨਾਲ ਜੁੜਿਆ ਦਾ ਹੈ। ਆਰਕੀਓਲੋਜੀ ਦੇ ਕੁਝ ਲੋਕ ਵੀ ਉੱਥੇ ਗਏ ਸੀ, ਇਹ ਮੈਨੂੰ ਪਤਾ ਲੱਗਾ ਹੈਗਾ ਜੀ। ਸੋ ਇਸ ਤਰੀਕੇ ਦੇ ਨਾਲ ਇਸ ਏਰੀਏ ਨੂੰ ਵਿਕਸਿਤ ਕਰਨਾ ਔਰ ਇਸ ਏਰੀਏ ਨੂੰ ਰੈਨੋਵੇਟ ਕਰਨਾ ਇਸ ਗੱਲ ਦਾ ਪਰਿਚਾਇਕ ਹੈ ਕਿ ਅੱਛੀਆਂ ਵਾਈਬ੍ਰੇਸ਼ਨਸ ਦੇ ਨਾਲ ਅੱਛੇ ਵਿਅਕਤੀ ਜਿਹੜੇ ਹੈ ਉਹ ਮੈਂ ਸਮਝਦਾ ਕਿ ਉਹਨਾਂ ਦਾ ਮੈਂਟਲ ਮੇਕਅਪ ਚੇਂਜ ਹੋਏਗਾ ਜੀ ਔਰ ਇਹ ਟੂਰਿਜ਼ਮ ਦਾ ਵੀ ਇੱਕ ਬਹੁਤ ਵੱਡਾ ਕੇਂਦਰ ਅਟਰੈਕਸ਼ਨ ਬਣੇਗਾ, ਸੈਂਟਰ ਬਣੇਗਾ। ਹੁਣੀ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਲੋਕ ਔਰ ਕੁਝ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਵੀ ਉੱਥੇ ਗਏ ਹੈ, ਜਾ ਕੇ ਆਏ ਹੈ ਜੀ। ਸੋ ਇੱਕ ਬਹੁਤ ਅੱਛੀ ਮੈਂ ਸਮਝਦਾ ਸੋਚ ਹੈਗੀ ਹੈ। ਡਾਕਟਰ ਸਾਹਿਬ, ਇੱਕ ਤਾਂ ਕੱਲ ਜਾ ਕੇ ਜਿਹਨਾਂ ਦੀ ਸਮਾਧੀ ਸਥਲ ਹੈ ਉੱਥੇ ਉਹਨਾਂ ਨੇ ਨਤਮਸਤਕ ਹੋਣਾ ਹੈ, ਆਪਣੇ ਸ਼ਰਧਾ ਦੇ ਪੁਸ਼ਪ ਚੜਾਣੇ ਨੇ। ਨਾਲ ਹੀ ਨਾਲ ਆਦਿ ਗੁਰੂ ਸ਼ੰਕਰਾਚਾਰਿਆ ਜੀ ਦੀ ਇੱਕ ਬਹੁਤ ਭਵਯ ਔਰ ਵਿਸ਼ਾਲ ਜਿਹੜੀ ਹੈ ਪ੍ਰਤਿਮਾ ਜਿਹੜੀ ਹੈ ਉਹ ਵੀ ਕੱਲ ਦੇਸ਼ ਨੂੰ ਲੋਕਾਰਪਣ ਕਰਨ ਦਾ ਪ੍ਰੋਗਰਾਮ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ। ਉਹ ਜਿਹੜੀ ਪ੍ਰਤਿਮਾ, ਜਿਹੜੀ ਤੁਸੀਂ ਪੋਜ਼ਿਟਿਵ ਵਾਈਬਸ ਦੀ ਗੱਲ ਕੀਤੀ ਹੈ ਕਿ ਜਿਹੜੀ ਸਕਾਰਾਤਮਕ ਊਰਜਾ ਲੋਕੀ ਜਿਸ
ਭਾਲ ਦੇ ਵਿੱਚ ਜਾ ਰਹੇ ਨੇ, ਉਹ ਪ੍ਰਤਿਮਾ ਵੀ ਜਿਹੜੀ ਹੈ ਉਸ ਜਿਹੜਾ ਮੰਤਵ ਨੂੰ ਪੂਰਾ ਕਰੂਗੀ। ਉਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਦੇਖੋ, ਦਾਰਸ਼ਨਿਕ ਤੌਰ ਤੇ ਅਸੀਂ ਕਹਿੰਦੇ ਹਾਂ ਕਿ ਜਿਹੜੀ ਮੂਰਤੀ ਹੈ ਜੀ, ਇਹ ਅਮੂਰਤ ਵੱਲ ਤੁਹਾਨੂੰ ਪ੍ਰੇਰਿਤ ਕਰਦੀ ਹੈ ਜੀ। ਤੁਸੀਂ ਕਿਸੇ ਵੀ ਚੀਜ਼ ਦੀ ਕਲਪਨਾ ਹਵਾ 'ਚ ਨਹੀਂ ਕਰ ਸਕਦੇ, ਤੁਹਾਡੇ ਸਾਹਮਣੇ ਕੁਝ ਨਾ ਕੁਝ ਹੋਣਾ ਚਾਹੀਦਾ ਜੀ। ਉਹ ਬੇਸ਼ੱਕ ਇੱਕ ਹੋਲੀ ਬੁੱਕ ਹੈ ਜਾਂ ਕੋਈ ਸਿੰਬਲ ਹੈ ਜਾਂ ਕੋਈ ਡਾਇਗਰਾਮ ਹੈ ਜੀ, ਕੋਈ ਯੰਤਰ ਹੈਗਾ, ਕਿਸੇ ਨਾ ਕਿਸੇ ਚੀਜ਼ ਨੂੰ ਦੇਖ ਕੇ ਤੁਹਾਨੂੰ ਕਿਸੇ ਨਾ ਕਿਸੇ ਹੋਰ ਚੀਜ਼ ਦਾ ਸਮਰਨ ਹੋ ਉੱਠਦਾ ਹੈ। ਜੀ। ਸੋ ਆਦਿ ਸ਼ੰਕਰਾਚਾਰਿਆ ਦੇ ਨਾਲ ਕਿਉਂਕਿ ਕੇਦਾਰਨਾਥ ਦਾ ਧਾਮ ਜੁੜਿਆ ਦਾ ਹੈ, ਜੀ। ਬਦਰੀਨਾਥ ਉਹ ਕਾਫੀ ਦੇਰ ਰਹੇ, ਜੀ। ਉਸ ਤੋਂ ਪਹਿਲੇ ਕਸ਼ਮੀਰ ਵੀ ਉਹ ਕਾਫੀ ਦੇਰ ਰਹੇ ਹੈਗੇ ਆ। ਜੀ, ਜੀ। ਲੇਕਿਨ ਆਪਣਾ ਅੰਤਿਮ ਸਮਾਂ ਜਿਹੜਾ ਹੈ ਜੀ। ਔਰ ਤੁਸੀਂ ਇਹ ਕਹਿ ਸਕਦੇ ਹੋ ਕਿ ਮਹਾਪ੍ਰਯਾਨ ਦੇ ਲਈ ਉਹਨਾਂ ਨੇ ਕੇਦਾਰਨਾਥ ਦਾ ਖੇਤਰ ਜਿਹੜਾ ਹੈ ਉਹ ਇਹ ਚੁਣਿਆ। ਜੀ। ਔਰ ਕੇਦਾਰਨਾਥ ਦੀ ਜਿਹੜੀ ਬਹੁਤ ਵੱਡੀ ਗੁਫਾ ਹੈ, ਜਿੱਥੇ ਪ੍ਰਧਾਨ ਮੰਤਰੀ ਜੀ ਵੀ ਪਿਛਲੀ ਵਾਰੀ ਅਸੀਂ ਦੇਖਿਆ ਟੈਲੀਵਿਜ਼ਨ ਤੇ ਉਹਨਾਂ ਨੂੰ ਕਿ ਕਿਸ ਤਰੀਕੇ ਦੇ ਨਾਲ ਉਹ ਪੂਰੀ ਰਾਤ ਰਹੇ ਸਮਾਧਿਸ਼ਟ ਉੱਥੇ। ਜੀ। ਅਵਸਥਾ ਦੇ ਵਿੱਚ ਰਹੇ ਹੈ। ਜੀ। ਉੱਥੇ ਹੋਰ ਵੀ ਕਈ ਗੁਫਾਵਾਂ ਉੱਥੇ ਸੀਗੀਆਂ। ਜੀ। ਸੋ ਐਸੇ ਇਲਾਕੇ ਦੀ ਰੈਨੋਵੇਸ਼ਨ ਜਿਹੜੀ ਹੈ, ਜੀ। ਇਹ ਅਧਿਆਤਮਿਕ ਲੋਕਾਂ ਦੇ ਲਈ ਵੀ ਬਹੁਤ ਅੱਛੀ ਚੀਜ਼ ਹੈਗੀ ਹੈ, ਜੀ। ਆਰਥਿਕ ਸਮਰਿੱਧੀ ਲਈ ਵੀ ਬਹੁਤ ਚੀਜ਼ ਹੈ। ਜੀ। ਕਿਉਂਕਿ ਪਹਾੜੀ ਖੇਤਰ ਦੇ ਬਹੁਤੇ ਲੋਕ ਜਿਹੜੇ ਹੈ ਜੀ। ਇਹ ਆਮ ਤੌਰ ਤੇ ਆਪਣੀ ਜੀਵਿਕਾ ਦੇ ਲਈ ਉਹਨਾਂ ਲੋਕਾਂ ਤੇ ਡਿਪੈਂਡ ਕਰਦੇ ਆ ਜੀ। ਜਿਹੜੇ ਉਸ ਖੇਤਰ ਨੂੰ ਵਿਜ਼ਿਟ ਕਰਦੇ। ਔਰ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਮੂਰਤੀ ਬਣਾਈ ਜਾ ਰਹੀ ਹੈ ਆਦਿ ਗੁਰੂ ਸ਼ੰਕਰਾਚਾਰਿਆ ਜੀ ਦੀ, ਉਹ ਲਗਭਗ ਉਹਦਾ ਭਾਰ ਹੈ 28 ਟਨ ਹੈ। ਔਰ ਇੱਕ ਖਾਸ ਕਿਸਮ ਦੀ ਜਿਹੜੀ ਕ੍ਰਿਸ਼ਨ ਸ਼ਿਲਾ ਨਾਮ ਦਾ ਜਿਹੜਾ ਪੱਥਰ ਹੈ ਮੈਸੂਰ ਤੋਂ, ਜੋ ਕਿ ਗ੍ਰੇਨਾਈਟ ਦੇ ਵਾਂਗੂ ਲੱਗਦਾ ਹੈ, ਉਹ ਉਸ ਦੇ ਵਿੱਚ ਇਹਨੂੰ ਢਾਲ ਕੇ ਬਣਾਇਆ ਜਾ ਰਿਹਾ ਹੈ। ਕ੍ਰਿਸ਼ਨ ਵਰਨ ਜਿਹੜਾ ਹੈ ਇਹ ਕਾਲੇ ਰੰਗ ਦਾ ਹੁੰਦਾ ਹੈ। ਜੀ। ਹੁਣ ਅਸੀਂ ਵੀ ਜਾਵਾਂਗੇ ਜ਼ਰੂਰ ਔਰ ਦੇਖਾਂਗੇ ਵੀ ਉਹ ਪੱਥਰ ਕਿਸ ਤਰੀਕੇ ਦੇ ਨਾਲ ਹੈ। ਜੀ, ਜੀ। ਲੇਕਿਨ ਇਹਨਾਂ ਖੇਤਰਾਂ ਦੇ ਵਿੱਚ ਉਹੀ ਪੱਥਰ ਆਮ ਤੌਰ ਤੇ ਯੂਜ਼ ਕੀਤੇ ਜਾਂਦੇ ਆ ਸਕਲਪਚਰ ਲਈ, ਜੀ। ਜਿਹੜੇ ਪੱਥਰ ਪ੍ਰਕਿਰਤਿਕ ਆਪਦਾਵਾਂ ਨੂੰ ਝੇਲ ਸਕਣ, ਜੀ, ਜੀ, ਜੀ। ਜਿਹੜੇ ਲਾਸਟਿੰਗ ਵੈਲਿਊ ਦੇ ਹੋਣ, ਜੀ। ਔਰ ਜਿਨ੍ਹਾਂ ਨੂੰ ਬਹੁਤ ਰੱਖ ਰਖਾਓ ਦੀ ਬਹੁਤੀ ਜ਼ਰੂਰਤ ਨਾ ਪਏ। ਜੀ। ਸੋ ਇਹ ਪ੍ਰਤਿਮਾ ਜਿਹੜੀ ਹੈ ਉਹਦਾ ਅਨਾਵਰਨ ਉਹਨਾਂ ਨੇ ਕਰਨਾ ਹੈ। ਉਸ ਤੋਂ ਪਹਿਲੇ ਪੂਜਾ ਅਰਚਨਾ ਵੀ ਕਰਨੀ ਹੈ, ਹਾਂ, ਫਿਰ ਬਿਲਕੁਲ, ਪ੍ਰਤਿਮਾਵਾਂ ਦਾ ਅਰਚਨਾ ਕਰਨਾ ਹੈ। ਡਾਕਟਰ ਸਾਹਿਬ, ਇੱਕ ਮੈਂ ਇਹ ਸਵਾਲ, ਕਿਉਂਕਿ ਔਰ 2 ਘੰਟੇ ਦੇ ਕਰੀਬ ਉੱਥੇ ਰਹਿਣਾ ਹੈ। ਆਦਿ ਗੁਰੂ ਸ਼ੰਕਰਾਚਾਰਿਆ ਜੀ ਦਾ ਜੋ ਸਿੱਖਿਆਵਾਂ ਨੇ, ਜੋ ਦਰਸ਼ਨ ਹੈ, ਜੋ ਉਹਨਾਂ ਦਾ ਅਧਿਆਤਮ ਦੇ ਪ੍ਰਤੀ ਜੋ ਸੰਦੇਸ਼ ਹੈ, ਔਰ ਪ੍ਰਧਾਨ ਮੰਤਰੀ ਦੇ ਬਤੌਰ ਨਰਿੰਦਰ ਮੋਦੀ ਜੀ ਦਾ ਜਾਣਾ, ਇਸ ਜਾਣ ਦੇ ਨਾਲ ਉਹ ਸੰਦੇਸ਼ ਜਿਹੜਾ ਅੱਜ ਦੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ, ਵਰਤਮਾਨ ਪੀੜ੍ਹੀ ਹੈ, ਉਹ ਸੰਦੇਸ਼ ਨੂੰ ਅੱਗੇ ਤੱਕ ਪਹੁੰਚਾਉਣ ਵਾਸਤੇ ਇਹ ਜਿਹੜੀ ਯਾਤਰਾ ਕਿੰਨੇ ਦੂਰ ਤੱਕ ਤੁਹਾਨੂੰ ਸਹਾਇਕ ਸਿੱਧ ਹੋ ਸਕਦੀ ਹੈ? ਕਿਸੇ ਵੀ ਰਾਸ਼ਟਰ ਨੂੰ ਅਗਰ ਅਸੀਂ ਤਕੜਾ ਬਣਾਉਣਾ ਹੈ, ਸਟਰੋਂਗ ਬਣਾਉਣਾ ਹੈ, ਜੀ, ਤੇ ਉਸ ਦੇ ਜਿਹੜੇ ਘਟਕ ਹੈਗੇ ਆ, ਜਿਹੜੇ ਉਹਦੇ ਹਿੱਸੇ ਹੈਗੇ ਆ, ਜਿਹੜੇ ਪਾਰਟਸ ਹੈਗੇ ਆ, ਜੀ, ਪਾਰਟਸ ਹੀ ਹੋਲ ਨੂੰ ਮਜ਼ਬੂਤ ਕਰ ਸਕਦੇ ਆ। ਜੀ, ਜੀ। ਕਿਉਂਕਿ ਅਗਰ ਪਾਰਟਸ ਕਮਜ਼ੋਰ ਹੈ ਤੇ ਹੋਲ ਕਮਜ਼ੋਰ ਹੋਏਗਾ। ਜੀ। ਇਸ ਕਰਕੇ ਇਕਾਤਮਤਾ ਦੀ ਫੀਲਿੰਗ ਨੂੰ ਕ੍ਰੀਏਟ ਕਰਨ ਦੇ ਲਈ, ਜੀ, ਔਰ ਅੱਛੀਆਂ ਵਾਈਬ੍ਰੇਸ਼ਨਸ ਦੇਣ ਦੇ ਲਈ, ਜੀ, ਔਰ ਲੋਕ ਸੁਵਿਧਾ ਲਈ ਜਦੋਂ ਕੋਈ ਇਸ ਤਰ੍ਹਾਂ ਦਾ ਕੰਮ ਕੀਤਾ ਜਾਂਦਾ ਹੈ, ਜੀ, ਤੇ ਮੈਂ ਸਮਝਦਾ ਕਿ ਪੂਰਾ ਰਾਸ਼ਟਰ ਜਿਹੜਾ ਹੈ ਇਹ ਯੂਨੀਫਾਈ ਹੋ ਸਕਦਾ ਹੈ। ਜੀ। ਆਦਿ ਸ਼ੰਕਰਾਚਾਰਿਆ ਨੇ 8ਵੀਂ ਸ਼ਤਾਬਦੀ ਦੇ ਵਿੱਚ ਇਹ ਕੰਮ ਕੀਤਾ, ਔਰ ਸਾਰੇ ਧਰਮ, ਸਾਰੇ ਮਤ, ਸਾਰੇ ਸੰਪਰਦਾਇ, ਬੇਸ਼ੱਕ ਉਹ ਸ਼ੈਵ ਸੀ, ਬੇਸ਼ੱਕ ਉਹ ਵੈਸ਼ਨਵ ਸੀ, ਬੇਸ਼ੱਕ ਉਹ ਸ਼ਾਕਤ ਸੀਗੇ, ਜੀ, ਉਹਨਾਂ ਨੂੰ ਇਕੱਠੇ ਕੀਤਾ। ਜੀ। ਔਰ ਹੁਣ ਇੱਕ ਐਸੇ ਸਮਾਂ ਹੈ ਜੀ। ਜਦੋਂ ਅਸੀਂ ਇਹ ਸਮਝਦੇ ਹਾਂ ਕਿ ਇਹ ਇਕਾਤਮਤਾ ਦੀ ਜਿਹੜੀ ਭਾਵਨਾ ਹੈ, ਇਸ ਨੂੰ ਪੈਦਾ ਕਰਨ ਦੀ ਔਰ ਕਾਇਮ ਰੱਖਣ ਦੀ ਜ਼ਰੂਰਤ ਹੈ। ਡਾਕਟਰ ਸਾਹਿਬ, ਮੈਨੂੰ ਲੱਗਦਾ ਹੈ ਕਿ ਕੱਲ ਦੀ ਜਿਹੜੀ ਪ੍ਰਧਾਨ ਮੰਤਰੀ ਜੀ ਦੀ ਇਹ ਯਾਤਰਾ ਹੈ, ਇਹ ਇੱਕ ਨਈ ਊਰਜਾ ਦਾ ਸੰਚਾਰ, ਜਿਵੇਂ ਕਿਹਾ ਹੈ ਤੁਸੀਂ, ਕਰੋਗੇ। ਦੇਸ਼ ਦੇ ਵਿੱਚ ਇਕਾਤਮ ਦੀ ਭਾਵਨਾ ਨੂੰ ਜਿਹੜੀ ਹੈ ਹੋਰ ਵਿਕਸਿਤ ਕਰੂਗੀ, ਔਰ ਆਦਿ ਗੁਰੂ ਸ਼ੰਕਰਾਚਾਰਿਆ ਜੀ ਦਾ ਜਿਹੜਾ ਸੰਦੇਸ਼ ਹੈ, ਇਸ ਨੂੰ ਅੱਜ ਦੇ ਸੰਦਰਭ ਦੇ ਵਿੱਚ ਹੋਰ ਜਿਹੜਾ ਹੈ ਫੈਲਾਊਗੀ। ਇਸ ਉਮੀਦ ਦੇ ਨਾਲ ਅਸੀਂ ਕਾਮਨਾ ਕਰਦੇ ਹਾਂ ਕਿ ਇਹ ਪ੍ਰੋਗਰਾਮ ਵੀ ਸਾਡਾ ਜਿਹੜਾ ਹਿੱਸਾ ਹੈ ਉਸ ਦਾ, ਔਰ ਤੁਸੀਂ ਸਾਡੇ ਸਟੂਡੀਓ 'ਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ।